ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ। ਇੱਕ ਨਗਰ ਦੇ ਵਿੱਚ ਇੱਕ ਮਿਹਨਤਕਸ਼ ਇਨਸਾਨ ਰਹਿੰਦਾ ਸੀ। ਮਿਹਨਤ ਕਰਦਾ ਸੀ, ਆਪਣੇ ਘਰ ਦਾ ਗੁਜ਼ਰ ਬਸਰ ਕਰਦਾ ਸੀ, ਪਰ ਉਹ ਬਹੁਤਾ ਅਮੀਰ ਨਹੀਂ ਸੀ ਹੋ ਪਾ ਰਿਹਾ। ਜੋ ਕਮਾਈ ਕਰਦਾ ਉਹ ਲੱਗ ਜਾਂਦੀ। ਕਦੇ ਵੀ ਜੇ ਕੋਈ ਘਰ ਦੀ ਜਾਂ ਕੋਈ ਆਪਣੀ ਜ਼ਰੂਰਤ ਦੀ ਚੀਜ਼ ਖਰੀਦਣੀ ਹੁੰਦੀ ਤਾਂ ਹਮੇਸ਼ਾ ਦੇਖਦਾ ਕਿ ਮੇਰੇ ਕੋਲੇ ਪੈਸੇ ਨਹੀਂ ਹੈ, ਬਸ ਮੈਂ ਤਾਂ ਖਾਣ ਪਾਣ ਦਾ ਇੰਤਜ਼ਾਮ ਹੀ ਕਰ ਪਾਉਂਦਾ ਹਾਂ। ਬਹੁਤ ਉਹ ਇਮਾਨਦਾਰ ਸੀ, ਬਹੁਤ ਨੇਕ ਇਨਸਾਨ ਸੀ। ਉਸ ਦੀ ਘਰਵਾਲੀ ਉਸ ਨੂੰ ਹਮੇਸ਼ਾ ਕਿਹਾ ਕਰਦੀ ਸੀ ਕਿ ਇਮਾਨਦਾਰੀ ਨੇ ਤੈਨੂੰ ਪਾਰ ਨਹੀਂ ਲੰਘਵਾਉਣਾ, ਥੋੜ੍ਹੀ ਬਹੁਤੀ ਚਤੁਰ ਚਲਾਕੀ ਸਿੱਖ, ਥੋੜ੍ਹੇ ਬਹੁਤੇ ਦਾਅ ਪੇਚ ਸਿੱਖ ਲੈ, ਨਹੀਂ ਤਾਂ ਸਾਰੀ ਉਮਰ ਬਸ ਰੋਟੀ ਪਾਣੀ ਖਾਂਦਿਆਂ ਹੀ ਇਸ ਜਹਾਨ ਤੋਂ ਰੁਖਸਤ ਹੋ ਜਾਵਾਂਗੇ। ਕਿਸੇ ਕਿਸਮ ਦੀ ਸੁੱਖ ਸਹੂਲਤ ਆਪਾਂ ਨੂੰ ਮਿਲਣੀ ਨਹੀਂ। ਇਮਾਨਦਾਰੀ ਦੇ ਨਾਲ ਬੰਦਾ ਵੱਧ ਫੁੱਲ ਨਹੀਂ ਸਕਦਾ। ਉਹਦੀਆਂ ਗੱਲਾਂ ਸੁਣ ਕੇ ਹੈਰਾਨ ਹੁੰਦਾ ਸੀ, ਪਰ ਅੱਗੋਂ ਉਸ ਨੂੰ ਕੀ ਜਵਾਬ ਦਿੰਦਾ, ਇਹ ਸੋਚ ਕੇ ਉਹ ਹਮੇਸ਼ਾ ਚੁੱਪ ਕਰ ਜਾਇਆ ਕਰਦਾ। ਬਸ ਇੱਕੋ ਗੱਲ ਕਿਹਾ ਕਰਦਾ ਕਿ ਲਾਲਚ ਬੁਰੀ ਬਲਾ ਹੈ, ਇਹ ਆਪਣਾ ਨੁਕਸਾਨ ਕਰਵਾਏਗੀ ਜੇ ਆਪਾਂ ਲਾਲਚੀ ਹੋ ਗਏ। ਜਿਵੇਂ ਪਰਮਾਤਮਾ ਨੇ ਆਪਾਂ ਨੂੰ ਬਣਾਇਆ ਹੈ, ਆਪਾਂ ਉਸ ਤਰੀਕੇ ਦੇ ਰਹਾਂਗੇ ਤਾਂ ਸਾਡੇ ਲਈ ਬਿਹਤਰ ਹੈ। ਪਰ ਘਰਵਾਲੀ ਹਮੇਸ਼ਾ ਉਸ ਨੂੰ ਕਿਹਾ ਕਰਦੀ ਕਿ ਨਹੀਂ। ਲਗਾਤਾਰ ਗੁਰੂ ਪਿਆਰਿਓ, ਜਦੋਂ ਇੱਕੋ ਗੱਲ ਇੱਕ ਬੰਦੇ ਦੇ ਕੋਲੇ ਹੁੰਦੀ ਰਵੇ, ਕਿਤੇ ਨਾ ਕਿਤੇ ਉਹਦਾ ਦਿਮਾਗ ਜਿਹੜਾ ਹੈ ਥੋੜ੍ਹਾ ਬਹੁਤ ਬਦਲ ਜਾਂਦਾ ਹੈ, ਉਸ 'ਤੇ ਪ੍ਰਭਾਵ ਪੈਂਦਾ ਹੈ। ਇਸੇ ਤਰੀਕੇ ਨਾਲ ਇਸ ਬੰਦੇ ਦੇ ਉੱਤੇ ਵੀ ਪ੍ਰਭਾਵ ਪਿਆ। ਇਸ ਮਿਹਨਤਕਸ਼ ਇਨਸਾਨ ਦਾ ਨਾਮ ਸੂਰਤ ਸੀ। ਸੂਰਤ ਕੱਲ੍ਹ ਤੱਕ ਮਿਹਨਤਕਸ਼ ਸੀ, ਪਰ ਹੁਣ ਦਾਅ ਪੇਚ ਸਿੱਖਣ ਵਾਲੇ ਪਾਸੇ ਹੋ ਗਿਆ। ਇਹ ਆਪਣੇ ਹੀ ਪਿੰਡ ਦੇ ਦੋ ਲੋਕਾਂ ਦੇ ਕੋਲ ਨੌਕਰੀ ਕਰਦਾ ਸੀ। ਇੱਕ ਦਾ ਨਾਮ ਸਾਗਰ ਦਾਸ ਸੀ, ਦੂਜਾ ਦਾ ਨਾਮ ਦੇਵਾ ਰਾਮ। ਦੋਵੇਂ ਚੰਗੇ ਮਿੱਤਰ ਵੀ ਸਨ। ਦੋਵੇਂ ਕੱਪੜੇ ਦਾ ਕਾਰੋਬਾਰ ਕਰਦੇ ਸਨ। ਇਹ ਦੋਹਾਂ ਦੇ ਕੋਲੇ ਮਦਦ ਕਰਿਆ ਕਰਦਾ ਸੀ। ਇੱਕ ਦਿਨ ਇੱਕ ਦੇ ਕੋਲੇ ਜਾਇਆ ਕਰਦਾ, ਦੂਸਰੇ ਦਿਨ ਦੂਸਰੇ ਦੇ ਨਾਲ ਰਿਹਾ ਕਰਦਾ। ਹੁਣ ਉਹ ਬਹੁਤ ਵਧੀਆ ਮਿੱਤਰ ਸਨ ਤੇ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਕੋਈ ਇਤਰਾਜ਼ ਵੀ ਨਹੀਂ ਸੀ। ਵੈਸੇ ਇਹ ਜਦੋਂ 8-10 ਘੰਟੇ ਇੱਕ ਕੋਲੇ ਕੰਮ ਕਰ ਲਿਆ ਕਰਦਾ ਤਾਂ ਦੂਜੇ ਨਾਲ ਵੀ ਸ਼ਾਮ ਨੂੰ 2-4 ਘੰਟੇ ਲਗਵਾ ਆਇਆ ਕਰਦਾ ਸੀ। ਜਿਹੜਾ ਵੀ ਕੋਈ ਮਾਲ ਆਉਂਦਾ, ਜਿਸ ਵੀ ਕਿਸੇ ਚੀਜ਼ ਤੋਂ ਲਾਹੁਣਾ ਚੜਾਉਣਾ ਹੁੰਦਾ, ਉਹਦੇ ਵਿੱਚ ਇਹ ਮਦਦ ਕਰਿਆ ਕਰਦਾ ਸੀ। ਤੇ ਇਹਨੇ ਇਹ ਵੀ ਕਹਿ ਰੱਖਿਆ ਸੀ ਕਿ ਨੇਰੇ ਸਵੇਰੇ ਵੀ ਕਦੇ ਮੇਰੀ ਜ਼ਰੂਰਤ ਪਵੇ ਤਾਂ ਮੈਨੂੰ ਆਵਾਜ਼ ਮਾਰਨ ਦੇ ਵਿੱਚ ਕਦੇ ਝਿਜਕਣਾ ਮੰਨਿਓ। ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇਸ ਦੀ ਘਰਵਾਲੀ ਖੁਸ਼ ਨਹੀਂ ਸੀ। ਉਹਨੂੰ ਲੱਗਦਾ ਸੀ ਕਿ ਬਹੁਤ ਸਾਰਾ ਧਨ ਦੌਲਤ ਹੋਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਜਦੋਂ ਉਹ ਸੂਰਤ ਦੇ ਨਾਲ ਗੱਲਬਾਤ ਕਰਿਆ ਕਰਦੀ ਤਾਂ ਉਸ ਦਾ ਇੱਕੋ ਟੀਚਾ ਹੁੰਦਾ ਕਿ ਕਿਸੇ ਨਾ ਕਿਸੇ ਤਰੀਕੇ ਇਹ ਬੇਈਮਾਨੀ ਸਿੱਖ ਜਾਵੇ। ਦੋ ਵੱਡੇ ਕਾਰੋਬਾਰੀਆਂ ਦੇ ਨਾਲ ਇਹ ਕੰਮ ਕਰਦਾ ਹੈ, ਇਸ ਦੇ ਬਾਵਜੂਦ ਇਹਨੂੰ ਕੀ ਮਿਲਦਾ ਹੈ? ਇੱਕ ਚੰਗਾ ਘਰ ਵੀ ਸਾਡੇ ਤੋਂ ਅਜੇ ਤੱਕ ਨਹੀਂ ਬਣਿਆ। ਇਸ ਨੇ ਇਸ ਨੂੰ ਇੱਕ ਐਸਾ ਤਰੀਕਾ ਦੱਸਿਆ। ਇਸ ਨੂੰ ਕਿਹਾ ਕਿ ਜੇ ਤੂੰ ਉਹ ਜਿਹੜੇ ਪੱਕੇ ਦੋਸਤ ਨੇ ਸਾਗਰ ਅਤੇ ਦੇਵਾ, ਉਹਨਾਂ ਨੂੰ ਆਪਸ ਦੇ ਵਿੱਚ ਲੜਾ ਦੇਵੇਂ ਤਾਂ ਤੇਰਾ ਵੱਧ ਫਾਇਦਾ ਹੋ ਸਕਦਾ ਹੈ। ਇਸ ਨੇ ਪਹਿਲਾਂ ਸੋਚਿਆ ਕਿ ਨਹੀਂ, ਇਹ ਬਹੁਤ ਮਾੜੀ ਗੱਲ ਹੈ ਦੋ ਦੋਸਤਾਂ ਦੇ ਵਿੱਚ ਪਾਟਕ ਪਵਾਉਣਾ, ਉਹਨਾਂ ਦੋਵਾਂ ਦਾ ਮਨ ਮਿਟਾਵ ਕਰਵਾਉਣਾ। ਇਹ ਆਪਣੇ ਤਰੀਕੇ ਦੇ ਨਾਲ ਕੰਮਕਾਰ ਕਰਦਾ ਰਿਹਾ। ਐਤਵਾਰ ਵਾਲੇ ਦਿਨ ਜਾਂ ਸ਼ਨੀਵਾਰ ਵਾਲੇ ਦਿਨ ਇਹਨੇ ਉਹਨਾਂ ਦੇ ਘਰ ਵਿੱਚ ਵੀ ਜਾ ਕੇ ਕੰਮਕਾਰ ਕਰ ਦਿਆ ਕਰਨਾ। ਉਹਨਾਂ ਦੀਆਂ ਘਰਵਾਲੀਆਂ ਤੋਂ ਵੀ ਚੰਗੀ ਤਰ੍ਹਾਂ ਵਾਕਿਫ ਸੀ। ਸਾਗਰ ਅਤੇ ਦੇਵਾ ਦੀਆਂ ਘਰਵਾਲੀਆਂ ਵੀ ਆਪਸ ਦੇ ਵਿੱਚ ਚੰਗੀਆਂ ਮਿੱਤਰ ਸਨ। ਆਉਣਾ ਜਾਣਾ ਚੰਗਾ ਸੀ। ਘਰ ਥੋੜ੍ਹੇ ਦੂਰ ਦੂਰ ਸਨ, ਪਰ ਫਿਰ ਵੀ ਉਹਨਾਂ ਦਾ ਇੱਥੋਂ ਤੱਕ ਲਿਹਾਜ਼ ਸੀ ਕਿ ਜੇ ਆਪਣੇ ਘਰੇ ਕੁਝ ਬਣਾਇਆ ਹੁੰਦਾ ਤਾਂ ਦੂਸਰੀ ਨੂੰ ਉਹ ਦੇਖ ਕੇ ਆਉਂਦੀ। ਤੇ ਇਸੇ ਤਰੀਕੇ ਨਾਲ ਸਾਗਰ ਅਤੇ ਦੇਵੇ ਦੀ ਦੁਕਾਨਦਾਰੀ ਵੀ ਇਸ ਤਰੀਕੇ ਚੱਲਦੀ ਸੀ ਕਿ ਜੇ ਕੋਈ ਖਾਸ ਕਿਸਮ ਦਾ ਕੱਪੜਾ ਇੱਕ ਕੋਲੋਂ ਮੰਗਣ ਆ ਗਿਆ, ਜੇ ਉਹਦੇ ਕੋਲੇ ਨਾ, ਤਾਂ ਉਸਨੇ ਦੂਜੇ ਦੀ ਦੁਕਾਨ ਤੇ ਭੇਜ ਦਿਆ ਕਰਨਾ ਜਾਂ ਉੱਥੋਂ ਮੰਗਵਾ ਕੇ ਕੱਪੜਾ ਅਗਲੇ ਨੂੰ ਦੇ ਦਿਆ ਕਰਨਾ। ਸੋ ਉਹਨਾਂ ਦੇ ਸਬੰਧ ਬਹੁਤ ਵਧੀਆ ਸਨ। ਉਹਨਾਂ ਨੂੰ ਇਹ ਲੱਗਦਾ ਸੀ ਕਿ ਸਾਡਾ ਜੋ ਨੌਕਰ ਹੈ ਸੂਰਤ, ਇਹ ਵੀ ਬਹੁਤ ਵਧੀਆ ਹੈ ਤੇ ਸਾਡਾ ਜਿਹੜਾ ਕੰਮਕਾਰ ਹੈ ਇੱਕ ਨੌਕਰ ਦੇ ਨਾਲ ਹੀ ਚੱਲ ਰਿਹਾ, ਸਾਨੂੰ ਵੱਧ ਬੰਦਿਆਂ ਦੀ ਕੀ ਲੋੜ। ਪਰ ਸਮਾਂ ਪਾ ਕੇ ਸੂਰਤ ਬੇਈਮਾਨ ਹੋ ਗਿਆ। ਸੂਰਤ ਦਾ ਧਿਆਨ ਪੈਸੇ ਵੱਲ ਹੋ ਗਿਆ। ਜਿਹੜਾ ਕੱਲ ਤੱਕ ਇਹ ਸੋਚਦਾ ਸੀ ਕਿ ਲਾਲਚ ਬੁਰੀ ਬਲਾ ਹੈ, ਅੱਜ ਉਹ ਖੁਦ ਲਾਲਚੀ ਹੋ ਚੁੱਕਿਆ ਸੀ। ਉਸਨੇ ਸੋਚਿਆ ਕਿ ਬੇਈਮਾਨੀ ਜੇ ਕਰਨੀ ਹੈ, ਠੱਗੀ ਚੋਰੀ ਕਰਨੀ ਹੈ, ਸਭ ਤੋਂ ਪਹਿਲਾ ਤਰੀਕਾ ਤਾਂ ਇਹ ਹੈ ਕਿ ਇਹਨਾਂ ਦੋਵਾਂ ਦੇ ਮਨ ਮਿਟਾਵ ਕਰਕੇ ਇਹਨਾਂ ਦੀ ਦੋਸਤੀ ਖਤਮ ਕਰਵਾਵਾਂ। ਦੋਸਤੀ ਖਤਮ ਹੋਏਗੀ ਤਾਂ ਉਸ ਤੋਂ ਬਾਅਦ ਹੀ ਕੋਈ ਨਾ ਕੋਈ ਫਾਇਦਾ ਲਿਆ ਜਾ ਸਕੇਗਾ। ਜੇ ਦੋਸਤੀ ਰਹੀ ਤਾਂ ਦੋਵਾਂ ਨੇ ਮੈਨੂੰ ਫੜ ਕੇ ਮੇਰਾ ਨੁਕਸਾਨ ਕਰਨਾ ਹੈ, ਦੋਵਾਂ ਨੇ ਮੇਰੀ ਚੂੜੀ ਝੱਟ ਫੜ ਲੈਣੀ ਹੈ। ਇਸ ਕਰਕੇ ਸਭ ਤੋਂ ਪਹਿਲਾ ਕੰਮ ਦੋਵਾਂ ਦੇ ਵਿੱਚ ਪਾਟਕ ਪਵਾਵਾਂ। ਇੱਕ ਦਿਨ ਸਾਗਰ ਦੀ ਦੁਕਾਨ ਤੇ ਕੰਮਕਾਰ ਕਰਦਾ ਬੈਠਿਆ, ਦੁਪਹਿਰ ਵੇਲੇ ਜਦੋਂ ਇਕੱਠੇ ਭੋਜਨ ਕਰਨ ਲੱਗੇ ਤਾਂ ਕਹਿਣ ਲੱਗਿਆ, ਮੈਂ ਤੁਹਾਨੂੰ ਕਈ ਦਿਨਾਂ ਤੋਂ ਇੱਕ ਗੱਲ ਦੱਸਣੀ ਚਾਹੁੰਦਾ ਹਾਂ, ਪਰ ਸਮਝ ਨਹੀਂ ਆਉਂਦੀ ਕਿ ਕਿਵੇਂ ਦੱਸਾਂ। ਸਾਗਰ ਰੋਟੀ ਖਾਂਦਾ ਖਾਂਦਾ ਇੱਕਦਮ ਰੁਕ ਗਿਆ। ਕਹਿਣ ਲੱਗਿਆ, ਸੂਰਤ, ਅੱਜ ਤੱਕ ਕੋਈ ਐਸੀ ਗੱਲ ਨਹੀਂ ਜੋ ਤੂੰ ਮੈਨੂੰ ਨਾ ਦੱਸੀ ਹੋਵੇ।
ਤੇ ਕੋਈ ਐਸੀ ਗੱਲ ਨਹੀਂ ਜਿਹੜੀ ਮੈਂ ਸੁਣ ਕੇ ਅੱਗੋਂ ਤੇਰੇ ਤੇ ਕੋਈ ਗੁੱਸਾ ਗਿਲਾ ਕੀਤਾ ਹੋਵੇ। ਜੋ ਵੀ ਤੇਰੇ ਮਨ ਵਿੱਚ ਹੈ ਮੈਨੂੰ ਦੱਸ ਦੇ, ਜੇ ਕੋਈ ਮਦਦ ਦੀ ਲੋੜ ਹੈ ਤਾਂ ਮੈਂ ਕਰਨ ਲਈ ਤਿਆਰ ਹਾਂ। ਕਹਿਣ ਲੱਗਿਆ ਕਿ ਹੈ ਇਹ ਗੱਲ ਤੁਹਾਡੇ ਮਿੱਤਰ ਦੇ ਨਾਲ ਸੰਬੰਧਿਤ, ਇਸ ਕਰਕੇ ਥੋੜ੍ਹੀ ਝਿਜਕ ਮੰਨ ਰਿਹਾ। ਗੱਲ ਮੈਂ ਕਰਤਾ ਦਿਆਂ, ਪਰ ਤੁਸੀਂ ਵਾਅਦਾ ਕਰੋ ਕਿ ਇਹ ਗੱਲ ਉਹਦੇ ਕੋਲੇ ਨਾ ਪਹੁੰਚੇ ਕਿ ਮੈਂ ਤੁਹਾਨੂੰ ਦੱਸੀ ਹੈ। ਕਹਿਣ ਲੱਗਿਆ ਕਿਹੜੇ ਮਿੱਤਰ ਦੀ ਗੱਲ ਕਰ ਰਹੇ ਹੈ, ਤੇ ਬੇਚਿੰਤ ਰਹੇ। ਕਹਿੰਦਾ ਜੀ ਮੈਂ ਤੁਹਾਡੇ ਮਿੱਤਰ ਦੇਵੇ ਦੀ ਗੱਲ ਕਰ ਰਿਹਾ ਹਾਂ। ਦੇਵਾ ਤੁਹਾਡੇ ਕੱਪੜੇ ਦੇ ਬਾਰੇ ਕੁਝ ਗਲਤ ਫਲਤ ਬੋਲ ਰਿਹਾ ਸੀ। ਉਹ ਕਹਿੰਦਾ ਸੀ ਕਿ ਜੇ ਮੈਂ ਇਹਦਾ ਸਾਥ ਨਾ ਦਿਆਂ ਤਾਂ ਇਹਦਾ ਬਿਜ਼ਨਸ ਤਾਂ ਦਿਨਾਂ ਦੇ ਵਿੱਚ, ਇਹਦਾ ਕਾਰੋਬਾਰ ਦਿਨਾਂ ਦੇ ਵਿੱਚ ਚੌਪਟ ਹੋ ਜਾਵੇ। ਸਾਗਰ ਨੂੰ ਇਹ ਗੱਲ ਸੁਣ ਕੇ ਜਿਵੇਂ ਸੱਤ ਕੱਪੜੀ ਅੱਗ ਲੱਗ ਗਈ ਹੋਵੇ। ਕਹਿਣ ਲੱਗਿਆ ਹੁਣ ਤੂੰ ਮੈਨੂੰ ਮਨਾ ਕੀਤਾ ਹੈ, ਨਹੀਂ ਤਾਂ ਮੈਂ ਹੁਣੇ ਜਾ ਕੇ ਉਹਨੂੰ ਪੁੱਛਦਾ ਕਿ ਤੂੰ ਮੇਰੇ ਲਈ ਕੀ ਖਾਸ ਕਰ ਰਿਹਾ ਹੈ। ਨੌਕਰ ਸੂਰਤ ਦਾ ਜੋ ਟੀਚਾ ਸੀ ਗੁਰੂ ਪਿਆਰਿਓ, ਉਹ ਪੂਰਾ ਹੋ ਚੁੱਕਿਆ ਸੀ। ਉਹਦਾ ਟੀਚਾ ਸੀ ਕਿ ਆਪਣੇ ਮਾਲਕ ਸਾਗਰ ਦੇ ਮਨ ਵਿੱਚ ਆਪਣੇ ਦੂਸਰੇ ਮਾਲਕ ਦੇ ਪ੍ਰਤੀ ਨਫ਼ਰਤ ਭਰਦਿਆਂ, ਵੈਰ ਵਿਰੋਧ ਦੀ ਭਾਵਨਾ ਭਰਦਿਆਂ, ਤੇ ਇਹਦੇ ਵਿੱਚ ਉਹ ਕਾਮਯਾਬ ਹੋ ਚੁੱਕਿਆ ਸੀ। ਇਸੇ ਤਰੀਕੇ ਨਾਲ ਕੁਝ ਦਿਨ ਬਾਅਦ ਆਪਣੇ ਦੂਸਰੇ ਮਾਲਕ ਦੇਵਾ ਦੇ ਲਈ ਕੁਝ ਢੋਆ ਢੁਆਈ ਕਰਨੀ ਸੀ। ਦੋਵੇਂ ਇਕੱਠੇ ਇਸੇ ਕੰਮ ਦੇ ਵਿੱਚ ਮਸ਼ਰੂਫ ਸਨ। ਤਾਂ ਉਹਨੂੰ ਕਹਿਣ ਲੱਗਿਆ ਕਿ ਤੁਸੀਂ ਬਹੁਤ ਮਿਹਨਤੀ ਹੋ ਤੇ ਮੈਂ ਤੁਹਾਡੇ ਨਾਲ ਰਹਿੰਦਾ ਹਾਂ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਹਾਂ, ਪਰ ਮੈਨੂੰ ਸਮਝ ਨਹੀਂ ਆਉਂਦੀ ਮੈਂ ਗੱਲ ਕਿਵੇਂ ਕਰਾਂ। ਦੇਵਾ ਕਹਿਣ ਲੱਗਿਆ ਕਿ ਯਾਰ ਐਸੀ ਕੋਈ ਗੱਲ ਨਹੀਂ, ਮੈਂ ਤੈਨੂੰ ਕਦੇ ਮਾਲਕ ਨੌਕਰ ਵਾਲੇ ਰਿਸ਼ਤੇ ਨਾਲ ਨਹੀਂ ਦੇਖਿਆ, ਤੈਨੂੰ ਪਰਿਵਾਰਕ ਮੈਂਬਰ ਸਮਝਿਆ ਹੈ। ਜੇ ਤੈਨੂੰ ਲੱਗਦਾ ਹੈ ਕੋਈ ਜ਼ਰੂਰਤ ਹੈ, ਕੋਈ ਲੋੜ ਹੈ, ਬੇਝਿਜਕ ਹੋ ਕੇ ਦੱਸ। ਜੇ ਕੋਈ ਗਲਤੀ ਹੋਈ ਹੈ ਤੂੰ ਉਹ ਵੀ ਦੱਸ, ਮੈਂ ਕਦੀ ਤੈਨੂੰ ਝਿੜਕਿਆ ਡਾਂਟਿਆ ਨਹੀਂ। ਤੇ ਜੇ ਕੋਈ ਹੋਰ ਗੱਲ ਹੈ ਤਾਂ ਵੀ ਤੂੰ ਬੇਚਿੰਤ ਹੋ ਕੇ ਦੱਸ, ਗੱਲ ਮੇਰੇ ਤੱਕ ਮਹਿਫੂਜ਼ ਰਹੇਗੀ। ਪਹਿਲਾਂ ਉਸ ਤੋਂ ਵਾਅਦਾ ਲਿਆ ਕਿ ਗੱਲ ਆਪਣੇ ਵਿੱਚ ਰਹੇ, ਕਿਉਂਕਿ ਇਹ ਗੱਲ ਤੁਹਾਡੇ ਮਿੱਤਰ ਸੰਬੰਧੀ ਹੈ। ਦੇਵਾ ਕਹਿਣ ਲੱਗਿਆ ਕੋਈ ਗੱਲ ਨਹੀਂ। ਕਹਿਣ ਲੱਗਿਆ ਕਿ ਤੁਹਾਡਾ ਮਿੱਤਰ ਹੈ ਜੋ, ਉਹ ਕਹਿੰਦਾ ਹੈ ਕਿ ਦੇਵਾ ਦਾ ਕੰਮ ਦੇ ਵਿੱਚ ਕੋਈ ਧਿਆਨ ਨਹੀਂ ਹੈ। ਉਹ ਕਹਿੰਦਾ ਹੈ ਕਿ ਜੇ ਮੈਂ ਨਾ ਹੋਵਾਂ ਤਾਂ ਇਹਦੇ ਘਰ ਤਾਂ ਦਾਣੇ ਵੀ ਕੋਈ ਹੋਰ ਸੁੱਟ ਕੇ ਜਾਇਆ ਕਰੇ। ਇਹ ਕਾਰੋਬਾਰ ਦਾ ਠੱਪ ਹੋ ਜਾਊਗਾ ਤੇ ਇਹ ਸੜਕ ਦੇ ਉੱਤੇ ਆ ਜਾਊਗਾ। ਮੈਨੂੰ ਇਹ ਗੱਲਾਂ ਕਹਿੰਦਾ ਚੰਗੀਆਂ ਨਹੀਂ ਲੱਗੀਆਂ। ਮੈਨੂੰ ਲੱਗਿਆ ਕਿ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ। ਇਸ ਤਰੀਕੇ ਨਾਲ ਉਹਨੇ ਗੱਲਬਾਤ ਕਹੀ ਕਿ ਦੇਵੇ ਦੇ ਮਨ ਵਿੱਚ ਵੀ ਹੁਣ ਸਾਗਰ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਦਾ ਬੀਜ ਬੋ ਦਿੱਤਾ। ਦੋਵੇਂ ਇੱਕ ਦੂਜੇ ਨਾਲ ਹੁਣ ਗੱਲਬਾਤ ਜ਼ਰੂਰ ਕਰਦੇ, ਪਰ ਉਤਲੇ ਮਨੋਂ। ਅੰਦਰ ਦੋਹਾਂ ਦੇ ਮਨ ਵਿੱਚ ਵੈਰ ਵਿਰੋਧ ਭਰਿਆ ਗਿਆ। ਦੋਵਾਂ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਇੱਕ ਦੂਜੇ ਦੇ ਨਾਲ ਬੈਠ ਕੇ ਇਹ ਗੱਲ ਖੋਲ੍ਹ ਲਈ ਜਾਵੇ। ਇਸੇ ਤਰੀਕੇ ਨਾਲ ਸਾਡੇ ਨਾਲ ਵੀ ਕਈ ਵਾਰੀ ਵਾਪਰਦਾ, ਸੁਣੀ ਸੁਣਾਈ ਗੱਲ ਦੇ ਉੱਤੇ ਯਕੀਨ ਕਰ ਲੈਂਦੇ ਹਾਂ। ਕਿਸੇ ਨਵੇਂ ਦੇ ਪਿੱਛੇ ਲੱਗ ਕੇ ਕਿਸੇ ਪੁਰਾਣੇ ਦੇ ਨਾਲ ਦੋਸਤੀ ਰਿਸ਼ਤੇਦਾਰੀ ਖਤਮ ਕਰ ਦਿੰਦੇ ਹਾਂ। ਇਹ ਨਹੀਂ ਪਤਾ ਹੁੰਦਾ ਕਿ ਸਾਨੂੰ ਜੋ ਗੱਲਾਂ ਪਤਾ ਲੱਗੀਆਂ ਹਨ ਉਹ ਵੀ ਹਵਾ ਦੇ ਵਿੱਚ ਉੱਡ ਕੇ ਆਈਆਂ ਤੇ ਅਗਲੇ ਨੂੰ ਵੀ ਇਸੇ ਤਰੀਕੇ ਦੀ ਗੱਲਬਾਤ ਦੱਸੀ ਗਈ ਹੈ। ਸਿਰਫ ਗੱਲ ਨਾ ਕਰਨ ਕਰਕੇ ਰਿਸ਼ਤੇ ਖਰਾਬ ਕਰ ਲਏ ਜਾਂਦੇ ਨੇ। ਖੈਰ, ਇਹਨਾਂ ਦੋਹਾਂ ਦੇ ਹੁਣ ਮਨ ਇੱਕ ਦੂਸਰੇ ਤੋਂ ਦੂਰ ਹੋ ਗਏ। ਇਹੀ ਤਰੀਕਾ ਇਸਨੇ ਇਹਨਾਂ ਦੋਹਾਂ ਦੀਆਂ ਘਰ ਵਾਲੀਆਂ ਦੇ ਉੱਤੇ ਅਜਮਾਇਆ। ਇੱਕ ਨੂੰ ਕੁਝ ਹੋਰ ਤੇ ਦੂਜੀ ਨੂੰ ਕੁਝ ਹੋਰ ਕਹਿਣ ਲੱਗਿਆ। ਇੱਕ ਪਹਿਲਾਂ ਹੀ ਕਹਿੰਦੀ, ਜਿਹੜੀ ਸਾਗਰ ਦੀ ਘਰ ਵਾਲੀ ਸੀ, ਕਿ ਮੈਨੂੰ ਤਾਂ ਬੜੇ ਲੰਮੇ ਸਮੇਂ ਤੋਂ ਪਤਾ ਸੀ ਕਿ ਜਿਹੜੀ ਦੂਸਰੀ ਹੈ ਉਹ ਮੇਰੇ ਨਾਲ ਨਫ਼ਰਤ ਕਰਦੀ ਹੈ, ਉਹ ਮੇਰੇ ਤੋਂ ਸੜਦੀ ਬਲਦੀ ਰਹਿੰਦੀ ਹੈ। ਇਹਨਾਂ ਦੋਹਾਂ ਨੇ ਇੱਕ ਦੂਸਰੇ ਲਈ ਵੀ ਨਫ਼ਰਤ ਪਾਲ ਲਈ। ਜਦੋਂ ਤਿਉਹਾਰਾਂ ਦਾ ਦਿਨ ਆਇਆ, ਦੀਵਾਲੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ, ਦੋਹਾਂ ਦੀਆਂ ਘਰ ਵਾਲੀਆਂ ਨੇ ਸੋਚਿਆ ਕਿ ਚਲੋ ਜਿਵੇਂ ਮਰਜ਼ੀ ਹੈ, ਫਿਰ ਵੀ ਸਾਨੂੰ ਇੱਕ ਦੂਜੇ ਨੂੰ ਤੋਹਫੇ ਦੇਣੇ ਚਾਹੀਦੇ ਨੇ, ਕੋਈ ਮਠਿਆਈ ਦੇਣੀ ਚਾਹੀਦੀ ਹੈ। ਸਾਗਰ ਦੀ ਘਰਵਾਲੀ ਨੇ ਕੁਝ ਮਠਿਆਈ ਤੇ ਕੁਝ ਤੋਹਫੇ ਇੱਕ ਵੱਡੇ ਭਾਂਡੇ ਦੇ ਵੱਡੇ ਬਰਤਨ ਦੇ ਵਿੱਚ ਪਾ ਕੇ, ਇੱਕ ਟੋਕਰਾ ਜਿਹਾ ਬੰਨ੍ਹ ਕੇ ਸੂਰਤ ਨੂੰ ਫੜਾ ਦਿੱਤੇ ਕਿ ਜਾ ਦੇਵਾ ਰਾਮ ਦੇ ਘਰ ਦੇ ਆ, ਉਸ ਦੀ ਘਰਵਾਲੀ ਨੂੰ ਇਹ ਤੋਹਫੇ ਤੇ ਇਹ ਮਠਿਆਈਆਂ ਦੇ ਆ ਤੇ ਕਹਿ ਦੇ ਕਿ ਮੈਂ ਭੇਜੇ ਨੇ। ਕਹਿੰਦਾ ਠੀਕ ਹੈ। ਇੰਨੀ ਗੱਲ ਕਹਿ ਕੇ ਉਹ ਸਮਾਨ ਲੈ ਕੇ ਤੁਰ ਗਿਆ ਤੇ ਸਿੱਧਾ ਆਪਣੇ ਘਰ ਪਹੁੰਚਿਆ। ਉੱਥੇ ਜਾ ਕੇ ਮਠਿਆਈਆਂ ਤੇ ਉਹ ਤੋਹਫੇ ਰੱਖ ਦਿੱਤੇ ਤੇ ਉਸ ਤੋਂ ਬਾਅਦ ਉਹ ਦੇਵਾ ਰਾਮ ਦੇ ਘਰ ਖਾਲੀ ਹੱਥ ਚਲਿਆ ਗਿਆ। ਹੁਣ ਦੇਵਾ ਰਾਮ ਦੀ ਘਰਵਾਲੀ ਵੀ ਸੋਚ ਰਹੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਰਿਸ਼ਤੇ ਸੁਧਾਰੇ ਜਾਣ। ਉਹਨੇ ਵੀ ਜੋ ਕੁਝ ਸਰਦਾ ਪੁੱਜਦਾ ਸੀ, ਕੁਝ ਤੋਹਫੇ, ਕੁਝ ਮਠਿਆਈਆਂ, ਕੁਝ ਸਬਜ਼ੀਆਂ, ਫਲ, ਉਹਨੇ ਸਾਗਰ ਦੀ ਘਰਵਾਲੀ ਲਈ ਭੇਜੇ, ਪਰ ਇਹਨੇ ਉਹ ਵੀ ਉੱਥੇ ਨਾ ਭੇਜੇ। ਇਹ ਰਸਤੇ ਦੇ ਵਿੱਚੋਂ ਆਪਣੇ ਘਰ ਨੂੰ ਮੁੜ ਗਿਆ ਤੇ ਆਪਣੇ ਘਰ ਜਾ ਕੇ ਸਾਰਾ ਸਮਾਨ ਇਸਨੇ ਰੱਖ ਦਿੱਤਾ। ਜਦੋਂ ਇਹ ਸਾਗਰ ਦੇ ਘਰ ਪਹੁੰਚਿਆ, ਉਸਨੇ ਪੁੱਛਿਆ ਉਸਦੀ ਘਰਵਾਲੀ ਨੇ ਕਿ ਉਹਨਾਂ ਦੇ ਘਰ ਗਿਆ ਸਾਂ, ਉਹਨਾਂ ਨੇ ਮਠਿਆਈ ਲੈ ਲਈ ਹੈ? ਕਹਿਣ ਲੱਗਿਆ ਜੀ ਲੈ ਲਈ ਹੈ, ਸਾਰਾ ਕੁਝ ਉਹਨਾਂ ਨੇ ਰੱਖ ਲਿਆ ਲੈ ਕੇ। ਬੜੀ ਹੈਰਾਨ ਹੋਈ, ਮਠਿਆਈ, ਤੋਹਫੇ ਸਾਰਾ ਕੁਝ ਲੈ ਕੇ ਰੱਖ ਲਿਆ ਤੇ ਬਦਲੇ ਦੇ ਵਿੱਚ ਕੁਝ ਵੀ ਨਹੀਂ ਦਿੱਤਾ। ਮਤਲਬ ਉਹ ਦੋਸਤੀ ਨਹੀਂ ਚਾਹੁੰਦੇ। ਇਸੇ ਤਰੀਕੇ ਨਾਲ ਦੇਵਾ ਦੀ ਘਰਵਾਲੀ ਵੀ ਸੋਚਣ ਲੱਗੀ ਕਿ ਮੈਂ ਇੰਨਾ ਕੁਝ ਭੇਜਿਆ, ਇੱਕ ਡੱਬਾ ਹੀ ਮਠਿਆਈ ਦਾ ਦੇ ਦਿੰਦੇ, ਇਹਦੇ ਨਾਲ ਤਾਂ ਮਿੱਤਰਤਾ ਗੂੜੀ ਹੁੰਦੀ ਹੈ। ਸ਼ਾਇਦ ਹੁਣ ਇਹਨਾਂ ਨੂੰ ਸਾਡੀ ਜ਼ਰੂਰਤ ਨਹੀਂ।
ਸੋ ਸੂਰਤ ਦਾ ਜੋ ਟੀਚਾ ਸੀ ਉਹਦੇ ਵਿੱਚ ਉਹ ਹੋਰ ਜ਼ਿਆਦਾ ਕਾਮਯਾਬ ਰਿਹਾ। ਉਸ ਨੂੰ ਲੱਗਿਆ ਕਿ ਉਸ ਦੀ ਘਰਵਾਲੀ ਜੋ ਪਹਿਲੇ ਦਿਨ ਤੋਂ ਦੱਸ ਰਹੀ ਸੀ ਉਹ ਚੀਜ਼ਾਂ ਹੁਣ ਰੰਗ ਲੈ ਕੇ ਆਉਣ ਲੱਗੀਆਂ। ਮੇਰੇ ਲਈ ਕਿਸੇ ਨੇ ਕੁਝ ਨਹੀਂ ਦਿੱਤਾ ਅਜੇ ਤੱਕ, ਤੇ ਇੱਕ ਦੂਸਰੇ ਨੂੰ ਭਰ ਭਰ ਕੇ ਟੋਕਰੇ ਮਠਿਆਈ ਤੇ ਤੋਹਫਿਆਂ ਦੇ ਦਿੱਤੇ ਜਾ ਰਹੇ ਆ। ਖੈਰ, ਇਹ ਸਾਰਾ ਕੁਝ ਤਾਂ ਮੇਰੇ ਘਰ ਵਿੱਚ ਹੀ ਆ ਗਿਆ। ਇਸੇ ਤਰੀਕੇ ਨਾਲ ਤਿਉਹਾਰ ਤੋਂ ਇਹ ਨਫ਼ਰਤ ਵਧੀ, ਹੋਰ ਜ਼ਿਆਦਾ ਇੱਕ ਦੂਜੇ ਦੇ ਪ੍ਰਤੀ ਵਧਣ ਲੱਗੀ। ਪਹਿਲਾਂ ਇੱਕ ਅੱਧੇ ਕਦਾਈ ਇੱਕ ਦੂਸਰੇ ਦੇ ਘਰ ਚਲੇ ਜਾਂਦੇ ਸੀ, ਹੁਣ ਉਹ ਵੀ ਬੰਦ ਹੋ ਗਿਆ, ਖਤਮ ਹੋ ਗਿਆ। ਇਸ ਤੋਂ ਬਾਅਦ ਸੂਰਤ ਨੂੰ ਵੀ ਕਹਿ ਦਿੱਤਾ ਕਿ 3 ਦਿਨ ਲਗਾਤਾਰ ਇੱਕ ਦੁਕਾਨ ਤੇ ਕੰਮ ਕਰੇਗਾ ਤੇ 3 ਦਿਨ ਲਗਾਤਾਰ ਦੂਜੀ ਦੁਕਾਨ ਤੇ ਕੰਮ ਕਰੇਗਾ। ਇਹ ਨਹੀਂ ਕਿ ਅੱਜ ਇੱਥੇ ਤੇ ਕੱਲ ਉੱਥੇ। ਕਹਿਣ ਲੱਗਿਆ ਠੀਕ ਹੈ। ਇਸ ਨੂੰ ਖੁਸ਼ੀ ਹੋਈ ਕਿ ਮੇਰੇ ਤੋਂ ਜ਼ਿਆਦਾ ਕੰਮ ਲੈਂਦੇ ਸੀ, ਹੁਣ ਮੈਂ ਤਰੀਕੇ ਨਾਲ ਆਪਣੇ ਕੰਮ ਦੇ ਵਿੱਚ ਵੀ ਕਟੌਤੀ ਕਰਾਂਗਾ। ਥੋੜ੍ਹੇ ਦਿਨ ਬੀਤੇ, ਇਸ ਨੇ ਆਪਣੇ ਮਾਲਕ ਸਾਗਰ ਨੂੰ ਕਿਹਾ ਕਿ ਮੈਨੂੰ ਸ਼ਦੀਦ ਪੈਸੇ ਦੀ ਜ਼ਰੂਰਤ ਹੈ, ਮੇਰੀ ਘਰਵਾਲੀ ਬਹੁਤ ਜ਼ਿਆਦਾ ਬਿਮਾਰ ਹੈ, ਮੈਨੂੰ ਤੁਰੰਤ ਪੈਸਿਆਂ ਦੀ ਜ਼ਰੂਰਤ ਹੈ। ਤਕਰੀਬਨ 1.5 ਸਾਲ ਦੇ ਪੈਸੇ ਇਸ ਨੇ ਉਸ ਤੋਂ ਅਗਾਊਂ ਲੈ ਲਏ। ਕਹਿਣ ਲੱਗਿਆ ਕਿ ਮੈਂ ਕਿਹੜਾ ਤੁਹਾਡੇ ਤੋਂ ਭੱਜਦਾ ਹਾਂ, ਆਉਣ ਵਾਲੇ ਸਾਲ ਦੇ ਮੈਨੂੰ ਪੈਸੇ ਤੁਸੀਂ ਪਹਿਲਾਂ ਹੀ ਦੇ ਦਿਓ, ਕਿਉਂਕਿ ਮੇਰੀ ਘਰਵਾਲੀ ਦੀ ਹਾਲਤ ਬਹੁਤ ਹੀ ਠੀਕ ਨਹੀਂ। ਵੱਡੀ ਰਕਮ ਇਸ ਨੇ ਕਾਲ ਦੇ ਵਿੱਚ ਲੈ ਕੇ ਘਰੇ ਰੱਖ ਲਈ, ਨਾ ਕੋਈ ਲਿਖਤ ਹੋਈ ਨਾ ਕੋਈ ਪੜ੍ਹਤ ਹੋਈ। ਉਸ ਤੋਂ ਬਾਅਦ ਇਸ ਨੇ ਸਾਗਰ ਦੇ ਕੋਲ ਕੰਮ ਤੇ ਜਾਣਾ ਛੱਡ ਦਿੱਤਾ। ਉਸਨੇ ਕਈ ਦਿਨ ਉਡੀਕਿਆ। ਕਈ ਦਿਨ ਉਡੀਕਣ ਤੋਂ ਬਾਅਦ ਉਸਨੇ ਪੰਚਾਇਤ ਇਕੱਠੀ ਕਰ ਲਈ, ਪਰ ਪੰਚਾਇਤ ਵਾਲਿਆਂ ਦੇ ਕੋਲੇ ਸੂਰਤ ਪਹਿਲਾਂ ਤੋਂ ਹੀ ਜਾ ਕੇ ਕਹਿ ਚੁੱਕਿਆ ਸੀ ਕਿ ਮੇਰੇ ਨਾਲ ਸਾਗਰ ਚੰਗਾ ਵਿਹਾਰ ਨਹੀਂ ਕਰਦਾ, ਇਸ ਦੇ ਤੌਰ ਤਰੀਕੇ ਬਦਲੇ ਹੋਏ ਹੈ, ਇਹ ਮੈਨੂੰ ਕੰਮ ਤੋਂ ਕੱਢਣਾ ਚਾਹੁੰਦਾ। ਇਹਦਾ ਇਹ ਨਹੀਂ ਪਤਾ ਕਿ ਕੱਲ ਨੂੰ ਕੋਈ ਝੂਠੇ ਧੋਖੇ ਦੇ, ਕਿਸੇ ਝੂਠੀ ਧੋਖਾਧੜੀ ਦੇ ਇਲਜ਼ਾਮ ਮੇਰੇ ਤੇ ਲਗਾ ਦੇਵੇ। ਜਦੋਂ ਪੰਚਾਇਤ ਇਕੱਠੀ ਹੋਈ ਤਾਂ ਪੰਚਾਇਤ ਵਾਲਿਆਂ ਨੂੰ, ਕਿਉਂਕਿ ਇਸਨੇ ਪਹਿਲਾਂ ਤੋਂ ਗੱਲ ਦੱਸੀ ਹੋਈ ਸੀ, ਕਹਿਣ ਲੱਗੇ ਕਿ ਉਹੀ ਗੱਲ ਹੋਈ ਨਾ। ਸਾਗਰ ਨੂੰ ਕਹਿਣ ਲੱਗੇ ਕਿ ਕਿਹੜੇ ਗਵਾਹ, ਕਿਸੇ ਸਬੂਤ ਜਿਹੜੇ ਤੇਰੇ ਕੋਲ ਹੈਗੇ ਨੇ, ਕਿਸੇ ਗਵਾਹ ਦੇ ਸਾਹਮਣੇ ਤੂੰ ਪੈਸੇ ਦਿੱਤੇ ਹੁਣ ਉਹ ਸਾਡੇ ਸਾਹਮਣੇ ਪੇਸ਼ ਕਰ ਦੇ। ਤੂੰ ਗਰੀਬ ਦੇ ਨਾਲ ਧੱਕਾ ਕਰ ਰਿਹਾ, ਕੰਮ ਵੀ ਵੱਧ ਲੈਣਾ, ਪੈਸੇ ਤੂੰ ਦਿੰਦਾ ਨਹੀਂ, ਤੇ ਉਲਟਾ ਤੂੰ 1 ਸਾਲ ਦੇ ਪੈਸੇ ਉਹਦੇ ਤੋਂ ਮੰਗ ਰਿਹਾ। ਸਾਗਰ ਬੜਾ ਹੈਰਾਨ ਹੋਇਆ ਕਿ ਇਹ ਬੰਦਾ ਜਿਹਦੇ ਤੇ ਮੈਂ ਇੰਨਾ ਜ਼ਿਆਦਾ ਭਰੋਸਾ ਕਰਦਾ ਸੀ, ਇਹ ਬੰਦੇ ਨੇ ਮੇਰੇ ਨਾਲ ਕਿਹੜੀ ਕਰ ਵਿਖਾਈ। ਸਾਗਰ ਨੇ ਆਪਣੇ ਦੋਸਤ ਦੇਵਾ ਰਾਮ ਦੀ ਸਹਾਇਤਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਦੇਵਾ ਰਾਮ ਕਹਿਣ ਲੱਗਾ ਕਿ ਨਹੀਂ, ਇਹ ਤਾਂ ਕੰਮ ਹੀ ਬਹੁਤ ਤਨਦੇਹੀ ਦੇ ਨਾਲ ਕਰਦਾ ਹੈ, ਅੱਜ ਤੱਕ ਇਸ ਨੇ 1 ਪੈਸੇ ਤੱਕ ਦੀ ਠੱਗੀ ਨਹੀਂ ਕੀਤੀ। ਮੈਂ ਨਹੀਂ ਮੰਨਦਾ ਕਿ ਇਹ ਬੰਦਾ ਠੱਗ ਚੋਰ ਹੋ ਸਕਦਾ, ਮੈਂ ਨਹੀਂ ਮੰਨਦਾ ਕਿ ਇਹ ਬੰਦਾ ਇਸ ਤਰੀਕੇ ਨਾਲ ਇਸ ਤੋਂ ਪੈਸੇ ਲੈ ਗਿਆ ਹੋਵੇ। ਮੈਨੂੰ ਤਾਂ ਲੱਗਦਾ ਹੈ ਕਿ ਮੇਰੇ ਦੋਸਤ ਸਾਗਰ ਦੀ ਨੀਅਤ ਦੇ ਵਿੱਚ ਫਰਕ ਹੈ। ਭਰੀ ਪੰਚਾਇਤ ਦੇ ਵਿੱਚ ਜਦੋਂ ਇਹ ਗੱਲ ਕਹੀ, ਸਾਗਰ ਦਾ ਹੋਰ ਵੀ ਜ਼ਿਆਦਾ ਮਨ ਦੁਖੀ ਹੋ ਗਿਆ ਕਿ ਪੈਸੇ ਤਾਂ ਗਏ ਹੀ ਗਏ ਨੇ, ਨਾਲ ਮਿੱਤਰ ਵੀ ਮੇਰੀ ਸਾਈਡ ਲੈਣ ਦੀ ਬਜਾਏ, ਮੇਰਾ ਪੱਖ ਪੂਰਨ ਦੀ ਬਜਾਏ ਉਸ ਠੱਗ ਬੰਦੇ ਦਾ ਪੱਖ ਪੂਰ ਰਿਹਾ। ਬੜਾ ਹੈਰਾਨ ਹੋਇਆ, ਬੜਾ ਪਰੇਸ਼ਾਨ ਹੋਇਆ। ਪੰਚਾਇਤ ਨੇ ਫੈਸਲਾ ਸੁਣਾ ਦਿੱਤਾ ਕਿ ਸੂਰਤ ਬੇਕਸੂਰ ਹੈ ਤੇ ਸਾਗਰ ਜਾਣ ਬੁੱਝ ਕੇ ਉਸ 'ਤੇ ਇਲਜ਼ਾਮ ਲਾ ਰਿਹਾ ਹੈ। ਸਾਗਰ ਨੂੰ ਕੁਝ ਰੁਪਈਆਂ ਦਾ ਜੁਰਮਾਨਾ ਵੀ ਕੀਤਾ ਗਿਆ। ਜਾ ਕੇ ਆਪਣੀ ਦੁਕਾਨਦਾਰੀ ਤੇ ਬੈਠ ਗਿਆ, ਦੁਕਾਨ ਚਲਾਉਣ ਲੱਗਿਆ। ਸੂਰਤ ਹੁਣ ਦਿਨ ਵੇਲੇ ਕੰਮ ਉਹ ਦੇਵਾ ਰਾਮ ਦੇ ਨਾਲ ਕਰਿਆ ਕਰਦਾ, ਸ਼ਾਮ ਨੂੰ ਉਸ ਦੇ ਘਰ ਜਾ ਕੇ ਮਦਦ ਕਰਿਆ ਕਰਦਾ। ਉਹ ਉਸ ਦੀ ਘਰਵਾਲੀ ਦੇ ਨਾਲ ਇਸ ਤਰੀਕੇ ਨਾਲ ਵਫਾਦਾਰ ਬਣ ਕੇ ਪੇਸ਼ ਆਉਣਾ ਚਾਹੁੰਦਾ ਸੀ ਕਿ ਉਸ ਦੀ ਘਰਵਾਲੀ ਤੋਂ ਚੋਖਾ ਕੋਈ ਮਾਲ ਲੁੱਟ ਲੈਂਦਾ। ਨਾਲ ਦੀ ਨਾਲ ਪਿੰਡ ਦੀ ਪੰਚਾਇਤ ਦਾ ਜੋ ਸਰਪੰਚ ਸੀ, ਉਸ ਦੇ ਘਰ ਵੀ ਉਸਨੇ ਪੈਰ ਧਰਾਵਾ ਕਰ ਲਿਆ। ਵੇਲੇ ਇੱਕ ਵੇਲੇ ਉਹਨਾਂ ਦੇ ਘਰ ਕੋਈ ਨਾ ਕੋਈ ਕੰਮ ਕਰ ਆਇਆ ਕਰਨਾ ਸਾਰੇ ਪਰਿਵਾਰ ਤੋਂ ਜਾਣੂ ਹੋ ਗਿਆ, ਤਾਂ ਕਿ ਕੱਲ ਨੂੰ ਜਦੋਂ ਫਿਰ ਤੋਂ ਸਰਪੰਚ ਤੱਕ ਕੋਈ ਗੱਲ ਪਹੁੰਚੀ ਤਾਂ ਸਰਪੰਚ ਮੇਰਾ ਪੱਖ ਪੂਰੇ। ਥੋੜੇ ਦਿਨ ਬੀਤੇ, ਸਾਗਰ ਵਾਲਾ ਮਾਮਲਾ ਸਭ ਭੁੱਲ ਭੱਲ ਗਏ। ਦੇਵਾ ਰਾਮ ਦੀ ਘਰਵਾਲੀ ਨੂੰ ਸੱਚ ਝੂਠ ਬੋਲ ਕੇ ਉਸ ਤੋਂ ਗਹਿਣੇ ਲੈ ਲਏ, ਕਾਫੀ ਜ਼ਿਆਦਾ ਗਹਿਣੇ ਲੈ ਲਏ, ਇਹ ਕਹਿ ਕੇ ਕਿ ਚੰਦ ਦਿਨਾਂ ਦੇ ਵਿੱਚ ਇਹ ਵਾਪਸ ਕਰ ਦੇਵੇਗਾ, ਪਰ ਇਹ ਗੱਲ ਕਿਸੇ ਨੂੰ ਪਤਾ ਨਾ ਲੱਗੇ। ਚੰਦ ਦਿਨ ਜਦੋਂ ਬੀਤ ਗਏ ਤਾਂ ਇਸ ਨੇ ਦੇਵਾ ਰਾਮ ਦੇ ਘਰੇ ਕੰਮ ਕਰਨਾ ਬੰਦ ਕਰ ਦਿੱਤਾ, ਉਹਦੀ ਦੁਕਾਨ ਤੇ ਵੀ ਕੰਮ ਕਰਨਾ ਬੰਦ ਕਰ ਦਿੱਤਾ। ਲਗਾਤਾਰ ਸਰਪੰਚ ਦੇ ਘਰ ਹੀ ਇਹ ਕੰਮ ਕਰਿਆ ਕਰਦਾ। ਜਦੋਂ ਇਸ ਦੀ ਘਰਵਾਲੀ ਨੇ ਇਸ ਨੂੰ ਬੁਲਾਇਆ, ਕਿਹਾ ਕਿ ਮੇਰਾ ਸਮਾਨ ਕਿੱਥੇ ਹੈ, ਕਹਿਣ ਲੱਗਾ ਕਿਹੜਾ ਸਮਾਨ, ਤੁਸੀਂ ਮੇਰੇ ਤੇ ਝੂਠੀ ਤੌਹਮਤ ਲਾ ਰਹੇ ਹੋ, ਇਸ ਕਰਕੇ ਕਿਉਂਕਿ ਹੁਣ ਮੈਂ ਤੁਹਾਡੇ ਨਾਲ ਕੰਮ ਨਹੀਂ ਕਰਦਾ। ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਇਹ ਤਾਂ ਠੱਗ ਬੰਦਾ ਹੈ, ਚੋਰ ਬੰਦਾ ਹੈ, ਇਹਨੇ ਵਾਕਈ ਸਾਗਰ ਦੇ ਵੀ ਪੈਸੇ ਮਾਰੇ ਹੋਣਗੇ, ਜਿਹੜਾ ਹੁਣ ਮੇਰਾ ਇੱਕ ਕੀਮਤੀ ਜਿਹੜਾ ਗਹਿਣਾ ਗੱਟਾ ਹੈ ਇਸ ਨੇ ਠੱਗਣ ਦੀ ਕੋਸ਼ਿਸ਼ ਕੀਤੀ ਹੈ। ਤੁਰੰਤ ਗੱਲ ਪੰਚਾਇਤ ਤੱਕ ਪਹੁੰਚਾਈ ਗਈ। ਦੇਵਾ ਰਾਮ ਨੇ ਆਪਣੀ ਘਰਵਾਲੀ ਨੂੰ ਬਹੁਤ ਤਾੜਨਾ ਕੀਤੀ, ਉਸ ਨੂੰ ਝਿੜਕਿਆ ਕਿ ਤੂੰ ਇੰਨੀ ਵੱਡੀ ਗਲਤੀ ਕਿਵੇਂ ਕਰ ਸਕਦੀ ਹੈ। ਭਰੀ ਪੰਚਾਇਤ ਦੇ ਵਿੱਚ ਜਦ ਫੈਸਲਾ ਹੋਣਾ ਸੀ, ਜਦ ਗੱਲਬਾਤ ਹੋਣ ਲੱਗੀ ਤਾਂ ਗੱਲ ਫਿਰ ਤੋਂ ਸਬੂਤਾਂ ਗਵਾਹਾਂ ਤੇ ਪਹੁੰਚੀ, ਪਰ ਨਾ ਕੋਈ ਸਬੂਤ ਸੀ ਨਾ ਕੋਈ ਗਵਾਹ ਸੀ, ਤੇ ਸਰਪੰਚ ਨੂੰ ਇਸ ਤੇ ਪੂਰਾ ਭਰੋਸਾ ਸੀ। ਇਸ ਨੇ ਸਰਪੰਚ ਦੇ ਸਾਹਮਣੇ, ਭਰੀ ਪੰਚਾਇਤ ਦੇ ਸਾਹਮਣੇ ਇਹ ਤਰਕ ਦਿੱਤਾ ਕਿ ਮੈਂ ਦੇਵਾ ਰਾਮ ਦੇ ਨਾਲ ਕੰਮ ਕਰਨਾ ਬੰਦ ਕਰ ਚੁੱਕਿਆ ਹਾਂ। ਪਹਿਲਾਂ ਮੁਫਤ ਦੇ ਵਿੱਚ ਮੇਰੇ ਤੋਂ ਘਰ ਦੀਆਂ ਸਫਾਈਆਂ, ਛੋਟੇ-ਮੋਟੇ ਕੰਮ ਕਰਵਾ ਲੈਂਦੇ ਸਨ, ਪਰ ਹੁਣ ਕਿਉਂਕਿ ਮੈਂ ਸਾਰਾ ਸਮਾਂ ਸਰਪੰਚ ਹੋਰਾਂ ਦੇ ਘਰ ਬਿਤਾਉਂਦਾ ਹਾਂ, ਉਹਨਾਂ ਦੇ ਕੰਮ ਕਰਦਾ ਹਾਂ,
ਇਸ ਕਾਰਨ ਇਹਨਾਂ ਨੂੰ ਮੇਰੇ ਤੇ ਗੁੱਸਾ ਸੀ। ਇਸ ਕਰਕੇ ਇਹ ਚਾਹੁੰਦੇ ਹੈ ਕਿ ਮੇਰੇ ਤੋਂ ਕਿਸੇ ਨਾ ਕਿਸੇ ਤਰੀਕੇ ਇਹ ਕੁਝ ਨਾ ਕੁਝ ਲੈ ਲੈਣ, ਮੈਨੂੰ ਇਹ ਬਦਨਾਮ ਕਰਨਾ ਚਾਹੁੰਦੇ ਸੀ। ਤਾਂ ਕਰਕੇ ਇਹਨਾਂ ਨੇ ਇੰਨੀ ਵੱਡੀ ਮੇਰੇ ਤੇ ਤੁਹਮਤ ਲਾ ਦਿੱਤੀ। ਸਰਪੰਚ ਕਿਉਂਕਿ ਇਸ ਦੇ ਪੱਖ ਵਿੱਚ ਪਹਿਲਾਂ ਤੋਂ ਸੀ, ਤਾਂ ਉਸਨੇ ਫੈਸਲਾ ਸੁਣਾਉਣ ਤੋਂ ਪਹਿਲਾਂ ਪੁੱਛਿਆ ਕਿ ਭਾਈ ਜੇ ਆਖਰ ਦੇ ਵਿੱਚ ਕੋਈ ਗੱਲਬਾਤ ਕਰਨੀ ਹੈ। ਦੇਵਾ ਰਾਮ ਸਾਗਰ ਨੂੰ ਕਹਿਣ ਲੱਗਿਆ, ਤੂੰ ਤਾਂ ਮੇਰਾ ਪੱਖ ਪੂਰ ਦੇ, ਤੇਰੇ ਨਾਲ ਤਾਂ ਠੱਗੀ ਵੱਜੀ ਹੈ, ਤੇਰਾ ਵੀ ਤਾਂ 1 ਸਾਲ ਦੇ ਪੈਸੇ ਲੈ ਕੇ ਚਲਿਆ ਗਿਆ। ਤਾਂ ਉਹ ਕਹਿਣ ਲੱਗਾ ਕਿ ਦੇਖ, ਉਸ ਦਿਨ ਤੂੰ ਕਿਹੜਾ ਮੇਰਾ ਕੋਈ ਪੱਖ ਪੂਰਿਆ ਸੀ ਜੋ ਅੱਜ ਮੈਂ ਤੇਰਾ ਪੱਖ ਪੂਰਾ। ਜਿਵੇਂ ਮੇਰੇ ਨਾਲ ਠੱਗੀ ਵੱਜਣ ਤੇ ਮੈਂ ਇਕੱਲਾ ਰਹਿ ਗਿਆ ਸੀ, ਤਾਂ ਹੁਣ ਤੂੰ ਵੀ ਇਕੱਲਾ ਹੀ ਭੁਗਤ। ਸਰਪੰਚ ਨੇ ਫੈਸਲਾ ਸੁਣਾ ਦਿੱਤਾ ਕਿ ਸੂਰਤ ਬੇਕਸੂਰ ਹੈ। ਦੇਵਾ ਰਾਮ ਦਾ ਪਰਿਵਾਰ ਜਾਣ ਬੁੱਝ ਕੇ ਝੂਠੇ ਇਲਜ਼ਾਮ ਲਾ ਰਿਹਾ ਹੈ। ਉਸ ਤੋਂ ਫਾਰਗ ਹੋ ਕੇ ਇਹ ਆਪਣੇ ਘਰ ਪਹੁੰਚਿਆ। ਇਸਨੇ ਆਪਣੀ ਘਰਵਾਲੀ ਨੂੰ ਕਿਹਾ ਕਿ ਹੁਣ ਆਪਣੇ ਕੋਲੇ ਚੋਖਾ ਪੈਸਾ ਵੀ ਆ ਗਿਆ, ਆਪਣੇ ਕੋਲੇ ਬਹੁਤ ਗਹਿਣਾ ਗੱਟਾ ਵੀ ਆ ਗਿਆ, ਆਪਾਂ ਚਾਹੀਏ ਤਾਂ ਹੁਣੇ ਸ਼ਹਿਰ ਜਾ ਕੇ ਇੱਕ ਘਰ ਲੈ ਲਈਏ ਤੇ ਆਪਾਂ ਉੱਥੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਾਂ। ਪੈਸਾ ਆ ਗਿਆ, ਗਹਿਣੇ ਆ ਗਏ ਨੇ, ਉੱਥੇ ਕੋਈ ਕਾਰੋਬਾਰ ਕਰਾਂਗੇ ਤੇ ਆਪਣੀ ਸੁੱਖ ਦੀ ਜ਼ਿੰਦਗੀ ਹੈ ਜਿਹੜੀ ਉਹ ਜਿਉਵਾਂਗੇ। ਪਿੰਡ ਵਾਲੇ ਵੀ ਇਹ ਸੋਚਣਗੇ ਕਿ ਭਾਈ ਠੀਕ ਹੈ, ਇੱਥੇ ਤੋਹਮਤਾਂ ਦੋਸ਼ ਲੱਗਦੇ ਸੀ, ਇਸ ਕਰਕੇ ਪਿੰਡ ਛੱਡ ਕੇ ਇਹ ਸ਼ਹਿਰ ਵਸ ਗਿਆ ਹੈ। ਪਰ ਘਰਵਾਲੀ ਬੇਹੱਦ ਲਾਲਚੀ ਸੀ। ਕਹਿਣ ਲੱਗੀ, ਤੇਰੀ ਗੱਲ ਦੇ ਨਾਲ ਮੈਂ ਸਹਿਮਤ ਹਾਂ, ਪੈਸੇ ਵੀ ਨੇ, ਗਹਿਣੇ ਵੀ ਹੈ, ਘਰ ਵੀ ਆ ਜਾਵੇਗਾ, ਕਾਰੋਬਾਰ ਵੀ ਸ਼ੁਰੂ ਕਰ ਲਵਾਂਗੇ, ਪਰ ਮੈਂ ਚਾਹੁੰਦੀ ਹਾਂ ਕਿ ਜਾਂਦਿਆਂ ਜਾਂਦਿਆਂ ਇੱਕ ਹੋਰ ਵੱਡੀ ਮਾਰ ਲੈ। ਸਰਪੰਚ ਤੇਰੇ ਤੇ ਬਹੁਤ ਭਰੋਸਾ ਕਰਦਾ ਹੈ, ਸਰਪੰਚ ਦਾ ਪਰਿਵਾਰ ਤੇਰੇ ਭਰੋਸੇ ਦੇ ਵਿੱਚ ਹੈ। ਇਸ ਤਰ੍ਹਾਂ ਕਰ ਕਿ ਉਸ ਦੇ ਨਾਲ ਵੀ ਕੋਈ ਵੱਡੀ ਬੇਈਮਾਨੀ ਕਰਦੇ, ਕੋਈ ਵੱਡਾ ਹੱਥ ਮਾਰ ਲੈ, ਕੋਈ ਵੱਡਾ ਪੈਸਾ ਟਕਾ ਆਪਣੇ ਹੱਥ ਹਿੱਟ ਕਰ ਲੈ। ਕਹਿਣ ਲੱਗਿਆ ਕਿ ਮੈਂ ਤੈਨੂੰ ਸਲਾਹ ਦਿੰਦਾ ਕਿ ਆਪਾਂ ਇਹ ਕੰਮ ਨਾ ਕਰੀਏ, ਇਹ ਨਾ ਹੋਵੇ ਕਿ ਆਪਾਂ ਕਸੂਤੇ ਫਸ ਜਾਈਏ। ਕਹਿਣ ਲੱਗੀ, ਜੇ ਤੂੰ ਬਹੁਤ 2 ਚੰਗੇ ਮਿੱਤਰਾਂ ਦੇ ਆਪਸੀ ਸੰਬੰਧ ਵਿਗਾੜ ਸਕਦਾ ਹੈ, ਉਹਨਾਂ ਤੋਂ ਪੈਸੇ ਗਹਿਣੇ ਲੈ ਸਕਦਾ ਹੈ, ਤਾਂ ਸਰਪੰਚ ਕਿਹੜੇ ਬਾਗ ਦੀ ਮੂਲੀ ਹੈ। ਕਹਿਣ ਲੱਗਿਆ, ਠੀਕ ਹੈ, ਜਿਵੇਂ ਤੂੰ ਕਵੇਂ। ਅਗਲੇ ਦਿਨ ਉਸਨੇ ਸਲਾਹ ਮਸ਼ਵਰਾ ਕੀਤਾ ਤਾਂ ਦੋਵਾਂ ਨੇ ਰਲ ਕੇ ਇਹ ਜੁਗਤ ਬਣਾਈ ਕਿ ਇਸ ਤਰੀਕੇ ਨਾਲ ਕਰਦੇ ਹਾਂ, ਕਿਸੇ ਵਕੀਲ ਤੋਂ ਸਲਾਹ ਲੈ ਕੇ ਕਾਗਜ਼ ਤਿਆਰ ਕਰਵਾਉਂਦੇ ਹਾਂ, ਇਸ ਦੀ ਸਾਰੀ ਜ਼ਮੀਨ ਜਾਇਦਾਦ ਦੇ, ਸਰਪੰਚ ਦੇ ਧੋਖੇ ਨਾਲ ਦਸਤਖਤ ਵੀ ਲੈ ਲਾਂਗੇ, ਹਸਤਾਖਰ ਕਰਵਾ ਲਵਾਂਗੇ ਤੇ ਨਾਲੇ ਮੋਹਰ ਲਗਵਾ ਲਵਾਂਗੇ ਤੇ ਇਸ ਦਾ ਸਾਰਾ ਕੁਝ ਹੜੱਪ ਲਵਾਂਗੇ। ਕਹਿਣ ਲੱਗਾ, ਠੀਕ ਹੈ। ਇਸੇ ਤਰੀਕੇ ਨਾਲ ਕੁਝ ਦਿਨਾਂ ਬਾਅਦ ਇਸਨੇ ਵਕੀਲ ਤੋਂ ਸਾਰੇ ਕਾਗਜ਼ ਪੱਤਰ ਤਿਆਰ ਕਰਵਾ ਲਏ। ਜਿਹੜੀ ਜ਼ਮੀਨ ਜਾਇਦਾਦ ਸੀ ਉਹਦੇ ਬਾਰੇ ਇਸ ਨੂੰ ਪਹਿਲਾਂ ਤੋਂ ਪਤਾ ਸੀ, ਸੋ ਬਹੁਤ ਕਾਨੂੰਨੀ ਤੌਰ ਤੇ ਉੱਥੇ ਪਰਪੱਕ ਹੋ ਕੇ ਪਹੁੰਚਿਆ ਤੇ ਜਾਂਦਿਆਂ ਇਸਨੇ ਸਰਪੰਚ ਨੂੰ ਕਿਹਾ ਕਿ ਇਹ ਥੋੜੇ ਜਿਹੇ ਮੇਰੇ ਘਰ ਦੇ ਜ਼ਰੂਰੀ ਕੰਮਕਾਰ ਹੈਗੇ ਹੈ, ਇਹਦੇ ਉੱਤੇ ਕੁਝ ਦਸਤਖਤ ਚਾਹੀਦੇ ਨੇ, ਕੁਝ ਮੋਹਰਾਂ ਚਾਹੀਦੀਆਂ ਨੇ, ਇਹਦੇ ਨਾਲ ਮੇਰਾ ਰਾਸ਼ਨ ਪਾਣੀ ਹੈ ਜਿਹੜਾ ਸਰਕਾਰੀ ਤੌਰ ਤੇ ਮਿਲਣ ਲੱਗ ਪਵੇਗਾ। ਸਰਪੰਚ ਨੇ ਬਿਨਾਂ ਵੇਖਿਆ ਮੋਹਰਾਂ ਲਾ ਦਿੱਤੀਆਂ, ਆਪਣੇ ਦਸਤਖਤ ਕਰ ਦਿੱਤੇ ਤੇ ਉਸ ਤੋਂ ਤੁਰੰਤ ਬਾਅਦ ਹੀ ਇਹ ਉਹਦੇ ਨਾਲ ਬੜੀ ਬਦਤਮੀਜ਼ੀ ਨਾਲ ਪੇਸ਼ ਆਇਆ। ਸਰਪੰਚ ਨੂੰ ਬਾਂਹ ਤੋਂ ਫੜ ਕੇ ਉਸਦੇ ਘਰ ਤੋਂ ਬਾਹਰ ਕੱਢ ਦਿੱਤਾ। ਕਹਿਣ ਲੱਗਿਆ ਕਿ ਅੱਜ ਤੋਂ ਇਹ ਘਰ-ਬਾਰ ਮੇਰਾ ਹੋਇਆ। ਇਹ ਕਾਨੂੰਨੀ ਤੌਰ ਤੇ ਜੋ ਕੁਛ ਹੈ, ਇਹ ਕਾਗਜ਼ ਪੱਤਰ ਤੂੰ ਤਿਆਰ ਕਰਕੇ ਦਿੱਤੇ ਨੇ, ਇਹਦੇ ਨਾਲ ਅੱਜ ਤੋਂ ਇਹ ਘਰ-ਬਾਰ ਦਾ ਜਿਹੜਾ ਅਸਲੀ ਮਾਲਕ ਹੈ ਉਹ ਮੈਂ ਹਾਂ। ਉਸਦੀ ਘਰਵਾਲੀ ਨੂੰ ਵੀ ਇਸਨੇ ਕਿਹਾ ਕਿ ਤੁਰੰਤ ਬਾਹਰ ਹੋ ਜਾਵੋ, ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਨਾਲ ਹੱਥੋਂ ਪਾਈ ਕਰਾਂ। ਸਰਪੰਚ ਕਿਉਂਕਿ ਕਾਨੂੰਨੀ ਬੰਦਾ ਸੀ, ਦਾ ਪੇਜ ਜਾਣਦਾ ਸੀ, ਇਸਨੇ ਭੱਜ ਕੇ ਜਾ ਕੇ ਇਸ ਦੇ ਇੱਕ ਚਪੇੜ ਮਾਰੀ ਬਹੁਤ ਜ਼ੋਰ ਦੇ ਨਾਲ, ਕਿਉਂਕਿ ਸਮਝ ਚੁੱਕਿਆ ਸੀ ਕਿ ਇਹ ਦੁਨੀਆ ਜਹਾਨ ਦਾ ਝੂਠਾ ਬੰਦਾ ਹੈ। ਨਾਲ ਦੀ ਨਾਲ ਉਹ ਕਾਗਜ਼ ਫੜ ਕੇ ਤੁਰੰਤ ਇਸਨੇ ਪੜ ਕੇ ਸੁੱਟ ਦਿੱਤੇ। ਉਸ ਨੂੰ ਧੂੰਦਾ ਹੋਇਆ ਉਹ ਪੰਚਾਇਤ ਦੇ ਵਿੱਚ ਲੈ ਗਿਆ। ਸੱਥ ਦੇ ਵਿੱਚ ਜਾ ਕੇ ਉਸਨੇ ਕਈ ਲੋਕਾਂ ਨੂੰ ਇਕੱਠੇ ਕੀਤਾ। ਸਾਰਾ ਨਗਰ ਉੱਥੇ ਇਕੱਠਾ ਹੋ ਗਿਆ। ਕਹਿਣ ਲੱਗਾ ਕਿ ਤੈਨੂੰ ਮੈਂ ਤੁਰੰਤ ਜੇਲ੍ਹ ਦੇ ਵਿੱਚ ਭਿਜਵਾ ਦਿਆਂਗਾ, ਪਰ ਉਸ ਤੋਂ ਪਹਿਲਾਂ ਜੋ ਤੂੰ ਕੋਤਾਹੀਆਂ, ਜੋ ਤੂੰ ਗਲਤੀਆਂ ਕੀਤੀਆਂ ਨੇ ਉਹ ਆਪਣੇ ਮੰਨ ਜਾ। ਜਿਹੜਾ ਕੁਛ ਤੂੰ ਸਾਗਰ ਦਾ ਲੁੱਟ ਖਸੁੱਟ ਕੀਤੀ ਹੈ ਉਸ ਨੂੰ ਵਾਪਿਸ ਕਰ, ਦੇਵਾ ਰਾਮ ਦੇ ਨਾਲ ਜੋ ਠੱਗੀਆਂ ਚਲਾਕੀਆਂ ਕੀਤੀਆਂ ਨੇ ਉਸ ਨੂੰ ਵਾਪਿਸ ਕਰ, ਤੇ ਉਸ ਤੋਂ ਬਾਅਦ ਤੈਨੂੰ ਅਸੀਂ ਰਾਜ ਦੇ ਦਰਬਾਰ ਦੇ ਕੇ ਆਉਨੇ ਆ। ਉਹ ਤੈਨੂੰ ਆਪਣੇ ਤੌਰ ਤੇ ਆਪਣੀ ਸਜ਼ਾ ਸੁਣਾਉਣਗੇ ਤੇ ਸਾਡੇ ਵੱਲੋਂ ਸਜ਼ਾ ਇਹ ਹੈ ਕਿ ਅੱਜ ਤੋਂ ਬਾਅਦ ਤੂੰ, ਤੇਰਾ ਪਰਿਵਾਰ ਇਸ ਪਿੰਡ ਦੇ ਵਿੱਚ ਨਹੀਂ ਰਹੇਗਾ। ਉਸਨੇ 4 ਬੰਦੇ ਉਸਦੇ ਨਾਲ ਭੇਜੇ। ਉਸਦੇ ਘਰ ਤੋਂ ਸਾਰਾ ਗਹਿਣਾ ਗੱਟਾ ਤੇ ਉਹ ਪੈਸਾ ਮੰਗਵਾ ਕੇ ਉਹਨਾਂ ਦੋਹਾਂ ਦੋਸਤਾਂ ਦੇ ਵਿੱਚ ਜਿਵੇਂ ਜਿਹਦਾ ਜੋ ਕੁਝ ਸੀ ਉਹਨਾਂ ਨੂੰ ਦੇ ਦਿੱਤਾ। ਫਿਰ ਉਹਨੂੰ ਪੁੱਛਿਆ ਕਿ ਹੋਰ ਦੱਸ ਕੀ ਕੁਛ ਕੀਤਾ ਹੈ। ਉਸਨੇ ਦੱਸਿਆ ਕਿ ਮੈਂ ਇਹਨਾਂ ਦੋਹਾਂ ਦੇ ਵਿੱਚ ਮਨਮਟਾਵ ਪਾਏ ਨੇ। ਦੀਵਾਲੀ ਵਾਲੇ ਦਿਨ ਮੈਂ ਕਿਵੇਂ ਇਹਨਾਂ ਦੇ ਤੋਹਫੇ ਤੇ ਮਠਿਆਈਆਂ ਆਪੋ ਆਪਣੇ ਘਰ ਲੈ ਗਿਆ ਸੀ। ਉਸ ਤੋਂ ਬਾਅਦ ਉਸ ਨੂੰ ਫੜ ਕੇ ਕੋਤਵਾਲ ਦੇ ਹਵਾਲੇ ਕਰ ਦਿੱਤਾ ਗਿਆ। ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਦੱਸਣਾ ਕੀ ਚਾਹੁੰਦਾ ਹੈ? ਕਹਾਣੀਕਾਰ ਇਹ ਦੱਸਣਾ ਚਾਹੁੰਦਾ ਹੈ ਕਿ ਕਈ ਵਾਰ ਬਹੁਤ ਚੰਗੇ ਮਿੱਤਰ ਕਿਸੇ ਤੀਜੇ ਬੰਦੇ ਦਾ ਸ਼ਿਕਾਰ ਹੋ ਜਾਂਦੇ ਨੇ। ਇਹਦੇ ਵਿੱਚ ਗਲਤੀ ਤੀਜੇ ਬੰਦੇ ਦੀ ਤਾਂ ਹੁੰਦੀ ਹੈ, ਪਰ ਵੱਡੀ ਗਲਤੀ ਉਹਨਾਂ 2 ਮਿੱਤਰਾਂ ਦੀ ਹੁੰਦੀ ਹੈ ਜੋ
ਇੱਕ ਦੂਜੇ ਬਾਰੇ ਗੱਲਾਂ ਬਾਹਰੋਂ ਸੁਣ ਕੇ ਉਹਨਾਂ ਦੇ ਉੱਤੇ ਭਰੋਸਾ ਕਰ ਲੈਂਦੇ ਨੇ, ਇੱਕ ਦੂਜੇ ਬਾਰੇ ਆਪਣੇ ਮਨ ਦੇ ਵਿੱਚ ਮਨ ਮਿਟਾਵ ਕਰ ਲੈਂਦੇ ਨੇ। ਕਹਾਣੀਕਾਰ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਜਦੋਂ ਲਾਲਚ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤਾਂ ਉਦੋਂ ਬੰਦੇ ਦਾ ਅੰਤ ਬਹੁਤ ਨੇੜੇ ਹੁੰਦਾ ਹੈ। ਲਾਲਚੀ ਲੋਕ ਇੱਕ ਵਾਰੀ ਕਾਮਯਾਬ ਹੋ ਸਕਦੇ ਨੇ, 2 ਵਾਰੀ ਕਾਮਯਾਬ ਹੋ ਸਕਦੇ ਨੇ, ਪਰ ਜਦੋਂ ਫਸਦੇ ਨੇ ਬਹੁਤ ਬੁਰੀ ਤਰ੍ਹਾਂ ਫਸਦੇ ਨੇ। ਜੇ ਇਹ ਚਾਹੁੰਦਾ ਤਾਂ 2 ਦੁਕਾਨਦਾਰਾਂ ਦੇ ਨਾਲ ਜਿਵੇਂ ਕੰਮ ਕਰ ਰਿਹਾ ਸੀ, ਗੁਜ਼ਰ ਬਸਰ ਵਧੀਆ ਹੋ ਜਾਣਾ ਸੀ, ਪਰ ਹੁਣ ਇਸ ਨੂੰ ਲੰਮੀ ਸਜ਼ਾ ਹੋ ਚੁੱਕੀ ਸੀ ਤੇ ਇਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਲਈ ਹਮੇਸ਼ਾ ਪਿਆਰ, ਅਮਨ, ਸ਼ਾਂਤੀ ਵੰਡਦੇ ਰਹਿਣਾ ਚਾਹੀਦਾ ਹੈ। ਲਾਲਚ ਕਦੇ ਵੀ ਨਹੀਂ ਕਰਨਾ ਚਾਹੀਦਾ।